ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਰਵੀਰ ਕੌਰ। ਪੰਜਾਬ ਦੇ ਵਿੱਚ ਇਸ ਵੇਲੇ ਮੌਨਸੂਨ ਨੇ ਦਸਤਕ ਦਿੱਤੀ ਹੈ। ਕਾਫੀ ਲੋਕ ਖੁਸ਼ ਨੇ ਇਸ ਮੌਨਸੂਨ ਤੋਂ, ਕਿਉਂਕਿ ਲਗਾਤਾਰ ਇੱਕ ਜਿਹੜਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਬਾਰਿਸ਼ਾਂ ਨਹੀਂ ਪੈ ਰਹੀਆਂ, ਪਰ ਹੁਣ ਮੌਨਸੂਨ ਨੇ ਦਸਤਕ ਦਿੱਤੀ ਹੈ। ਪਰ ਬਹੁਤ ਸਾਰੇ ਰੰਗ ਨੇ ਪੰਜਾਬ ਦੇ ਵਿੱਚ ਜਿਹੜੇ ਸਾਹਮਣੇ ਆ ਰਹੇ ਨੇ। ਇੱਕ ਪਾਸੇ ਪਟਿਆਲੇ ਟਾਵਰ ਦੇ ਉੱਤੇ ਇੱਕ ਅਧਿਆਪਕ ਬੈਠਾ ਹੋਇਆ ਹੈ, ਸੁਰਿੰਦਰਪਾਲ, ਬੇਰੁਜ਼ਗਾਰ ਅਧਿਆਪਕ, ਈਟੀਟੀ ਅਧਿਆਪਕ, ਜਿਸ ਨੂੰ 115 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਟਾਵਰ ਤੇ ਬੈਠਿਆ ਹੋਇਆ। ਤੇ ਜਦੋਂ ਅਸੀਂ ਉਸ ਅਧਿਆਪਕ ਦੇ ਬਾਰੇ ਸੋਚਦੇ ਹਾਂ ਕਿ ਲਗਾਤਾਰ ਤੇਜ਼ ਮੀਂਹ ਪੈ ਰਿਹਾ ਤੇ ਇੰਨੀ ਉਚਾਈ ਤੇ ਉਹ ਬੈਠਾ ਹੋਇਆ, ਪਹਿਲਾਂ ਹੀ ਬਹੁਤ ਮੁਸੀਬਤਾਂ ਨੇ ਉਹਦੇ ਸਾਹਮਣੇ, ਕਿਸ ਤਰ੍ਹਾਂ ਦੀਆਂ ਨਵੀਆਂ ਮੁਸੀਬਤਾਂ ਹੋਰ ਉਹਦੇ ਸਾਹਮਣੇ ਖੜੀਆਂ ਹੋਈਆਂ ਨੇ ਇਸ ਬਾਰਿਸ਼ ਦੇ ਮੌਸਮ ਦੇ ਵਿੱਚ। ਸੁਰਿੰਦਰਪਾਲ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਫੋਨ ਕਾਲ ਤੇ ਜੁੜੇ ਨੇ ਸੁਰਿੰਦਰਪਾਲ। ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ। मैं सारिਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਸੁਰਿੰਦਰਪਾਲ, ਮੈਂ ਇਹੀ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਤੋਂ ਕਿ ਪਹਿਲਾਂ ਤੁਹਾਡਾ ਮਰਨ ਵਰਤ ਚੱਲਿਆ, ਪਹਿਲਾਂ ਹੀ ਤੁਸੀਂ ਮੁਸੀਬਤਾਂ ਦਾ ਉੱਥੇ ਸਾਹਮਣਾ ਕਰ ਰਹੇ ਹੋ, ਤੇ ਹੁਣ ਜਿਸ ਤਰ੍ਹਾਂ ਬਾਰਿਸ਼ ਆ ਰਹੀ ਹੈ ਲਗਾਤਾਰ, ਕਿਸ ਤਰ੍ਹਾਂ ਦੀਆਂ ਨਵੀਆਂ ਮੁਸ਼ਕਿਲਾਂ ਤੁਹਾਡੇ ਸਾਹਮਣੇ ਨੇ? ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਨੁਕਸਾਨ ਔਰ ਫਾਇਦਾ। ਤਾਂ ਫਾਇਦਾ ਤਾਂ ਇਹ ਹੋਇਆ ਕਿ ਗਰਮੀ ਘਟ ਗਈ, ਪਰ ਨੁਕਸਾਨ ਇਹ ਹੋਇਆ ਕਿ ਮੇਰੇ ਸਾਰੇ ਕੱਪੜੇ ਜੋ ਨੇ ਉਹ ਭਿੱਜ ਚੁੱਕੇ ਨੇ ਔਰ ਧੁੱਪ ਵੀ ਨਹੀਂ ਨਿਕਲੀ ਕਿ ਜਿਹਦੇ ਕਾਰਨ ਕੱਪੜੇ ਸੁੱਕ ਸਕਣ। ਜੀ ਸੁਰਿੰਦਰਪਾਲ, ਜਿਸ ਤਰ੍ਹਾਂ ਕਿ ਇੰਨੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋਏ ਹੋ, ਲਗਾਤਾਰ ਕਿੰਨੇ ਹੀ ਮੌਸਮ ਤੁਹਾਡੇ ਉੱਤੋਂ ਦੀ ਲੰਘੇ ਨੇ, ਕੋਈ ਪ੍ਰਸ਼ਾਸਨ ਦੇ ਵੱਲੋਂ ਦੁਬਾਰਾ ਕੋਈ ਗੱਲਬਾਤ ਹੋਈ ਹੈ ਤੁਹਾਡੇ ਨਾਲ, ਕੋਈ ਮਸਲੇ ਦਾ ਹੱਲ ਕੱਢਿਆ ਗਿਆ ਹੋਵੇ? ਪ੍ਰਸ਼ਾਸਨ ਵੱਲੋਂ ਕੈਪਟਨ ਸੰਧੂ ਵੱਲੋਂ ਭਰੋਸਾ ਦੇ ਕੇ ਕਿ ਲਗਭਗ 8 ਤੋਂ 10,000 ਭਰਤੀ ਦਿੱਤੀ ਜਾਊਗੀ, ਤਾਂ ਜਿਸ ਦੇ ਭਰੋਸੇ ਸਦਕਾ ਮਰਨ ਵਰਤ ਤੋੜਿਆ ਗਿਆ। ਪਰ ਅਜੇ ਤੱਕ ਉਹ ਭਰੋਸਾ ਜਿਹੜਾ ਉਹ ਸਿਰਫ ਲਾਰਾ ਹੀ ਸਾਬਤ ਹੋਇਆ। ਕੱਲ ਸਾਡੀ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਹੈ ਮੰਤਰੀ ਮੰਡਲ ਦੇ ਵਿੱਚ ਸਾਡੇ ਮਸਲਿਆਂ ਦੇ। ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਤੋਂ ਇਹ ਮੰਗ ਕਰਦਾ ਹਾਂ ਕਿ ਆਉਣ ਵਾਲੀ ਨਵੀਂ ਭਰਤੀ 8 ਤੋਂ 10,000 ਈਟੀਟੀ ਟੈਟ ਪਾਸ ਅਧਿਆਪਕਾਂ ਨੂੰ ਪ੍ਰੈਫਰੈਂਸ ਦੇ ਕੇ, ਔਰ ਜਿਹੜੀਆਂ 2364 ਪੋਸਟਾਂ ਸਮੇਂ ਵਾਧੂ ਦੀਆਂ ਸ਼ਰਤਾਂ ਲਾਈਆਂ ਗਈਆਂ ਸੀ, ਚਾਹੇ ਉਹ 10 ਨੰਬਰਾਂ ਦਾ ਸੀਗਾ ਮੁੱਦਾ, ਚਾਹੇ ਉਹ ਟੈਟ 'ਚ ਛੋਟ ਦਿੱਤੀ ਗਈ, ਚਾਹੇ ਉਹ 5 ਨੰਬਰ ਗ੍ਰੈਜੂਏਸ਼ਨ ਦੇ ਦਿੱਤੇ ਗਏ, ਜਿਸ ਕਾਰਨ ਭਰਤੀ ਜੋ ਹੈ ਉਹ ਕੋਰਟ ਕੇਸਾਂ ਦੇ ਵਿੱਚ ਲਟਕ ਗਈ। ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਈਟੀਟੀ +2 ਟੈਟ ਪਾਸ ਦੀ ਭਰਤੀ ਕੀਤੀ ਜਾਵੇ, ਔਰ ਜੋ ਸੈਕੰਡ ਟੈਸਟ ਲਿਆ ਜਾਣਾ ਹੈ, ਨਿਰੋਲ ਜਿਹੜਾ 100 ਨੰਬਰਾਂ ਦਾ ਟੈਸਟ ਹੈ, ਨਿਰੋਲ ਉਸ ਟੈਸਟ ਦੇ ਬੇਸ ਤੇ ਭਰਤੀ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦਾ ਗ੍ਰੈਜੂਏਸ਼ਨ ਦਾ ਜਾਂ ਕੋਈ ਹੋਰ ਗ੍ਰੇਸ ਤੱਕ ਜੋ ਹੈ ਉਹ ਨਾ ਦਿੱਤਾ ਜਾਵੇ, ਤਾਂ ਜੋ ਭਰਤੀ ਕੋਰਟ ਕੇਸਾਂ ਵਿੱਚ ਨਾ ਲਟਕ ਸਕੇ। ਤਾਂ ਜੇ ਸਰਕਾਰ ਇਸ ਤੇ ਕੋਈ ਹਾਂ ਪੱਕੀ ਹੁੰਗਾਰਾ ਨਹੀਂ ਭਰਦੀ, ਤਾਂ ਮੈਂ ਇਹ ਸਮਝਾਂਗਾ ਕਿ ਸਰਕਾਰ ਮੈਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਜੀ ਸੁਰਿੰਦਰਪਾਲ, ਜੇ ਬਾਈ ਚਾਂਸ ਤੁਹਾਡਾ ਇਸ ਤਰ੍ਹਾਂ ਹਾਂ ਪੱਖੀ ਹੁੰਗਾਰਾ ਨਹੀਂ ਮਿਲਦਾ ਸਰਕਾਰ ਤੋਂ, ਤਾਂ ਕੀ ਤੁਸੀਂ ਹੋਰ ਨਵਾਂ ਕਰਨ ਵਾਲੇ ਹੋ? ਜੀ ਉਹ ਤਾਂ ਸਮਾਂ ਹੀ ਦੱਸੂਗਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੋਈ ਤਿੱਖਾ ਮੈਂ ਐਕਸ਼ਨ ਉਹ ਲਿਖਾਂਗਾ, ਤਾਂ ਉਹ ਤਿੱਖਾ ਐਕਸ਼ਨ ਮੇਰਾ ਮਰਨ ਵਰਤ ਸੀਗਾ। ਤਾਂ ਇਸ ਵਾਰ ਕੁਝ ਉਸ ਤੋਂ ਹਟ ਕੇ ਹੋਊਗਾ, ਹੋਰ ਵੀ ਤਿੱਖਾ ਹੀ ਹੋਊਗਾ, ਔਰ ਉਹਦੀ ਜੋ ਮੇਰਾ ਲਾਸ ਹੋਊਗਾ ਉਹਦੀ ਜੋ ਜ਼ਿੰਮੇਵਾਰ ਉਹ ਪੰਜਾਬ ਸਰਕਾਰ ਹੋਊਗੀ, ਸਿੱਖਿਆ ਮੰਤਰੀ ਹੋਣਗੇ, ਸਿੱਖਿਆ ਸਕੱਤਰ ਜੀ ਹੋਣਗੇ। ਜੀ ਸੁਰਿੰਦਰਪਾਲ, ਜੇ ਤੁਹਾਡੇ ਪਰਿਵਾਰ ਦੀ ਗੱਲ ਕਰੀਏ, ਕਿਉਂਕਿ ਪਰਿਵਾਰ ਨੂੰ ਵੀ ਤੁਹਾਡੇ ਨੂੰ ਫਿਕਰਮੰਦੀ ਹੋਊਗੀ, ਇੱਕ ਪਾਸੇ ਹੁਣ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਨੂੰ ਹੀ ਤੁਹਾਡੀ ਫਿਕਰਮੰਦੀ ਹੈ ਤੁਹਾਡੀ ਸਿਹਤ ਨੂੰ ਲੈ ਕੇ, ਪਰਿਵਾਰ ਦੇ ਵੱਲੋਂ ਵੀ ਫੋਨ ਕਾਲਸ ਆਉਂਦੀਆਂ ਹੋਣਗੀਆਂ, ਪਰਿਵਾਰ ਕੀ ਕਹਿੰਦਾ ਤੁਹਾਡੇ ਇਸ ਐਕਸ਼ਨ ਬਾਰੇ? ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੂਰੇ ਪੰਜਾਬ ਨੂੰ ਮੇਰੀ ਫਿਕਰ ਹੈ, ਇਹ ਗੱਲ ਤੁਹਾਡੀ ਬਿਲਕੁਲ ਸੱਚ ਹੈ, ਪਰ ਪੰਜਾਬ ਸਰਕਾਰ ਨੂੰ ਇੱਕ ਪੈਸੇ ਦੀ ਵੀ ਫਿਕਰ ਨਹੀਂ ਹੈ, ਕਿਉਂਕਿ ਬਾਰ-ਬਾਰ ਭਰੋਸਾ ਦਿੰਦੀ ਹੈ, ਉਹ ਲਾਰਾ ਸਾਬਤ ਹੋ ਜਾਂਦਾ, ਮਸਲੇ ਦਾ ਹੱਲ ਨਹੀਂ ਹੁੰਦਾ। ਜਿਹੜੀ ਤੁਸੀਂ ਫੈਮਿਲੀ ਦੀ ਗੱਲ ਕਰਦੇ ਹੋ, ਤਾਂ ਮੇਰੀ ਫੈਮਿਲੀ ਵੀ ਇਹੀ ਚਾਹੁੰਦੀ ਹੈ ਕਿ ਜੇ ਜੌਬ ਨਹੀਂ ਤਾਂ ਜ਼ਿੰਦਗੀ ਨਹੀਂ। ਮੇਰਾ ਵੀ ਇਹੀ ਮੋਟੋ ਹੈ ਕਿ ਜੇ ਰੁਜ਼ਗਾਰ ਹੀ ਨਹੀਂ ਤਾਂ ਫਿਰ ਔਖਾ ਹੈ ਜ਼ਿੰਦਗੀ ਬਤੀਤ ਕਰਨਾ, ਕਿਉਂਕਿ ਅਸੀਂ ਹੁਣ ਪੜ੍ਹ ਚੁੱਕੇ ਹਾਂ। ਮਜ਼ਦੂਰੀ ਕਰਨਾ ਜੋ ਹੈ ਉਹ ਸਾਨੂੰ ਨਾਗਵਾਰ ਗੁਜ਼ਰ ਰਿਹਾ, ਮਜ਼ਦੂਰੀ ਕਰਨ ਨੂੰ ਸਾਡਾ ਮਤਲਬ ਕਿ ਮਨ ਨਹੀਂ ਮੰਨਦਾ, ਕਿਉਂਕਿ ਅਸੀਂ ਹਾਇਰ ਐਜੂਕੇਸ਼ਨ ਵਾਲੇ ਆ। ਇੰਨੀ ਪੜ੍ਹਾਈਆਂ ਕਰਨ ਦੇ ਬਾਵਜੂਦ ਜੇ ਮਜ਼ਦੂਰੀ ਹੀ ਕਰਨੀ ਹੈ, ਤਾਂ ਕੀ ਫਿਰ ਸਰਕਾਰੀ ਨੌਕਰੀਆਂ
ਜਿਹੜੇ MLA MP ਇਹਨਾਂ ਦੇ ਬੱਚਿਆਂ ਵਾਸਤੇ ਹੀ ਰਹਿ ਗਈਆਂ। ਜਿਵੇਂ ਕਿ ਕੈਪਟਨ ਸਾਹਿਬ ਨੇ ਤਰਸ ਦੇ ਆਧਾਰ ਤੇ ਇਹਨਾਂ ਨੂੰ ਨੌਕਰੀ ਦੇ ਦਿੱਤੀ ਗਈ, ਜਦ ਕਿ ਟਾਵਰ ਤੇ ਮੈਨੂੰ ਅੱਜ 115 ਦਿਨ ਹੋ ਚੁੱਕੇ ਨੇ, ਤਾਂ ਕੈਪਟਨ ਨੇ ਇਹ ਬਿਲਕੁਲ ਜ਼ਰਾ ਵੀ ਤਰਸ ਨਹੀਂ ਆ ਰਿਹਾ ਕੈਪਟਨ ਸਰਕਾਰ ਨੂੰ। ਇਹ ਸੋਚਣ ਵਾਲੀ ਗੱਲ ਹੈ। ਜੀ ਜੀ ਸੁਰਿੰਦਰਪਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੁਰਿੰਦਰਪਾਲ ਸਾਡੇ ਨਾਲ ਜੁੜੇ ਹੋਏ ਸੀ, ਜਿਹੜੇ ਕਿ ਪਟਿਆਲੇ ਟਾਵਰ ਤੇ ਬੈਠੇ ਹੋਏ ਨੇ। 115 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਉਹਨਾਂ ਨੇ ਇੱਕ ਆਪਣੀ ਵੀਡੀਓ ਵੀ ਸਾਨੂੰ ਕੱਲ ਰਾਤ ਭੇਜੀ ਸੀ। ਉਹ ਵੀਡੀਓ ਜ਼ਰੂਰ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਜਦੋਂ ਬਾਰਿਸ਼ ਹੋ ਰਹੀ ਸੀ ਤਾਂ ਉਸ ਵੇਲੇ ਟਾਵਰ ਤੇ ਉਹ ਬੈਠੇ ਹੋਏ ਸੀ, ਕਿਸ ਤਰ੍ਹਾਂ ਦੀਆਂ ਮੁਸੀਬਤਾਂ ਸੀ ਤੇ ਕਿਵੇਂ ਸਾਰਾ ਇੱਕ ਡਰਾਵਨਾ ਮਾਹੌਲ ਸੀ। ਅਸੀਂ ਇੱਕ ਵਾਰ ਤੁਹਾਨੂੰ ਉਹ ਵੀਡੀਓ ਜ਼ਰੂਰ ਦਿਖਾਉਣਾ ਚਾਹੁੰਦੇ ਹਾਂ। ਸੁਰਿੰਦਰਪਾਲ ਜਿਹੜੇ ਕਿ ਜਿਨ੍ਹਾਂ ਨੇ ਸਾਨੂੰ ਆਪਣੀ ਇੱਕ ਵੀਡੀਓ ਭੇਜੀ ਹੈ ਕੱਲ ਬਣਾ ਕੇ ਕਿ ਕਿਸ ਤਰ੍ਹਾਂ ਜਦੋਂ ਬਾਰਿਸ਼ ਹੋ ਰਹੀ ਹੈ ਟਾਵਰ ਦੇ ਉੱਤੇ ਉਹ ਬੈਠੇ ਨੇ, ਉਹ ਸਾਰਾ ਵਿਜ਼ੂਅਲ ਉਹਨਾਂ ਨੇ ਸਾਨੂੰ ਦਿਖਾਇਆ। ਇੱਕ ਨਵੇਂ ਤਰ੍ਹਾਂ ਦੀਆਂ ਮੁਸੀਬਤਾਂ ਉਹਨਾਂ ਦੇ ਸਾਹਮਣੇ ਨੇ। ਗਰਮੀ ਬੇਸ਼ੱਕ ਘਟੀ ਹੈ ਪਰ ਉਹਨਾਂ ਦੇ ਲਈ ਜਿਸ ਤਰ੍ਹਾਂ ਉਹ ਸਰਵਾਈਵ ਕਰ ਰਹੇ ਨੇ, ਉੱਥੇ ਸਾਡੇ ਨਾਲ ਫੋਨ ਕਾਲ ਤੇ ਵੀ ਉਹ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਕੱਪੜੇ ਵੀ ਸਾਰੇ ਭਿੱਜ ਚੁੱਕੇ ਨੇ। ਸਰਵਾਈਵ ਕਰਨਾ ਹੋਰ ਵੀ ਜ਼ਿਆਦਾ ਉਹਨਾਂ ਨੂੰ ਔਖਾ ਹੋ ਗਿਆ। 115 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਤੇ ਸੁਰਿੰਦਰਪਾਲ ਚੇਤਾਵਨੀ ਵੀ ਦੇ ਰਹੇ ਨੇ ਸਰਕਾਰ ਨੂੰ ਕਿ ਜੇ ਨਹੀਂ ਮੰਗਾਂ ਮੰਨੀਆਂ ਗਈਆਂ, ਕੱਲ ਨੂੰ ਉਹਨਾਂ ਦੀ ਮੀਟਿੰਗ ਹੈ ਸਰਕਾਰ ਦੇ ਨਾਲ, ਜੇ ਨਹੀਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ, ਦੀ ਹੋਰ ਰੂਪਰੇਖਾ ਵੀ ਉਲੀਕਣਗੇ, ਜਿਹੜੀ ਜ਼ਾਹਿਰ ਹੈ ਕਿ ਇਸ ਤੋਂ ਵੀ ਜ਼ਿਆਦਾ ਕੋਈ ਵੱਡੀ ਹੋਏਗੀ। ਜਿਸ ਤਰ੍ਹਾਂ ਇਸ ਵੇਲੇ ਉਹ ਬੈਠੇ ਹੋਏ ਨੇ ਟਾਵਰ ਤੇ, ਇਸ ਤੋਂ ਵੀ ਕੁਝ ਵੱਡਾ ਕਰਨਗੇ। ਸੁਰਿੰਦਰਪਾਲ ਜਿਨ੍ਹਾਂ ਦੀ ਸਿਹਤ ਵੀ ਲਗਾਤਾਰ ਨਾਸਾਜ਼ ਹੋ ਰਹੀ ਹੈ। ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਪਹਿਲਾਂ ਵੀ ਅਸੀਂ ਸੁਰਿੰਦਰਪਾਲ ਦੇ ਨਾਲ ਇੰਟਰਵਿਊ ਕਰ ਚੁੱਕੇ ਹਾਂ ਪ੍ਰੋ ਪੰਜਾਬ ਟੀਵੀ ਤੇ, ਉਹ ਆਪਣੀ ਗੱਲਬਾਤ ਕਰ ਚੁੱਕੇ ਨੇ। ਉਹਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਕਿਵੇਂ ਉਹਨਾਂ ਦੀ ਸਕਿਨ ਹੈ ਜਿਹੜੀ ਚਮੜੀ ਉਤਰ ਰਹੀ ਹੈ। ਇੰਨੀ ਬੁਰੀ ਹਾਲਤ ਦੇ ਵਿੱਚ ਉਹ ਬੈਠੇ ਹੋਏ ਨੇ ਤੇ ਪਰਿਵਾਰ ਵੀ ਇਹ ਚਾਹੁੰਦਾ ਹੈ ਕਿ ਨੌਕਰੀ ਮਿਲੇ। ਸੁਰਿੰਦਰਪਾਲ ਕਹਿ ਰਹੇ ਨੇ ਕਿ ਪਰਿਵਾਰ ਕਹਿ ਰਿਹਾ ਕਿ ਜੇ ਨੌਕਰੀ ਨਹੀਂ ਤਾਂ ਜ਼ਿੰਦਗੀ ਨਹੀਂ, ਜਦ ਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਨੌਕਰੀ ਹੈ ਜਿਹੜੀ, ਰੁਜ਼ਗਾਰ ਦੇਣਾ ਸਰਕਾਰ ਦਾ ਪਹਿਲਾ ਹੱਕ ਹੈ। ਰੁਜ਼ਗਾਰ ਨੌਜਵਾਨਾਂ ਨੂੰ ਦੇਣਾ ਚਾਹੀਦਾ ਹੈ, ਪੜ੍ਹੇ ਲਿਖੇ ਨੌਜਵਾਨਾਂ ਨੂੰ, ਕਿਉਂਕਿ ਉਹ ਨੌਕਰੀ ਦੇ ਕਾਬਿਲ ਨੇ ਤੇ ਇਹ ਕੋਈ ਭੀਖ ਨਹੀਂ ਮੰਗਦੇ ਨੌਜਵਾਨ, ਇਹ ਆਪਣੇ ਹੱਕ ਮੰਗਦੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਸਾਹਿਬ ਦਾ ਸ਼ਹਿਰ ਹੈ ਪਟਿਆਲਾ, CM ਸਾਹਿਬ ਦਾ, ਪਰ ਉਹਨਾਂ ਨੂੰ ਇਸ ਨੌਜਵਾਨ ਦੀ ਆਵਾਜ਼ ਹੈ ਜਿਹੜੀ ਉੱਥੋਂ ਤੱਕ ਕਿਉਂ ਨਹੀਂ ਪਹੁੰਚ ਰਹੀ। ਇਹ ਇੱਕ ਤਰਾਸਦੀ ਵੀ ਹੈ ਸਾਡੇ ਸਮਿਆਂ ਦੀ ਕਿ ਜਦੋਂ ਅਸੀਂ ਪੂਰੇ ਪੰਜਾਬ ਨੂੰ ਦੇਖਦੇ ਹਾਂ, ਇੱਥੋਂ ਦਾ ਜੌਬ ਸਿਸਟਮ ਦੇਖਦੇ ਹਾਂ, ਤਾਂ ਆਏ ਦਿਨ ਖਾਸ ਕਰਕੇ ਅਧਿਆਪਕ ਤਾਂ ਖਾਸ ਕਰਕੇ ਇਸ ਦੇਸ਼ ਦੇ ਵਿੱਚ ਸੜਕਾਂ ਤੇ ਹੁੰਦੇ ਆ। ਕਦੇ ਮੋਹਾਲੀ ਦੇ ਵਿੱਚ ਉਹ ਡੰਡੇ ਖਾ ਰਹੇ ਹੁੰਦੇ ਨੇ, ਕਦੇ ਪਟਿਆਲੇ ਦੇ ਵਿੱਚ ਡੰਡੇ ਖਾ ਰਹੇ ਹੁੰਦੇ ਨੇ। ਇਹ ਉਹਨਾਂ ਦੇ ਹਿੱਸੇ ਤਰਾਸਦੀ ਆਈ ਹੋਈ ਹੈ, ਜਿਹਨੂੰ ਇਸ ਦੇਸ਼ ਦਾ ਕਿਹਾ ਜਾਂਦਾ ਹੈ ਕਿ ਇੱਕ ਦੀਵੇ ਦੇ ਵਾਂਗ ਹੁੰਦਾ ਹੈ ਜਿਹਨੇ ਰੌਸ਼ਨੀ ਕਰਨੀ ਹੁੰਦੀ ਹੈ। ਤੇ ਅੱਜ ਹੋਰਾਂ ਦੇ ਘਰਾਂ ਨੂੰ ਰੌਸ਼ਨ ਕਰਨ ਵਾਲੇ ਅਧਿਆਪਕ ਹੈ ਜਿਹੜੇ ਖੁਦ ਹਨੇਰਿਆਂ ਦੇ ਵਿੱਚ ਜਿਉ ਰਹੇ ਨੇ, ਖੁਦ ਦਾ ਭਵਿੱਖ ਹੈ ਜਿਹੜਾ ਉਹ ਹਨੇਰੇ ਦੇ ਵੱਲ ਜਾ ਰਿਹਾ ਤੇ ਉਸ ਹਨੇਰੇ ਨੂੰ ਚਾਨਣ ਦੇ ਵੱਲ ਕਰਨ ਦੇ ਲਈ ਸੁਰਿੰਦਰਪਾਲ ਵਰਗੇ ਅਧਿਆਪਕ ਲੜ ਰਹੇ ਨੇ। ਸੋਹਣੀ ਜ਼ਿੰਦਗੀ ਦੇ ਲਈ ਲੜ ਰਹੇ ਨੇ, ਸੋਹਣੀ ਜ਼ਿੰਦਗੀ ਦੀ ਉਮੀਦ ਦੇ ਲਈ ਲੜ ਰਹੇ ਨੇ, ਉਹਨਾਂ ਚਾਨਣਾਂ ਦੇ ਲਈ ਲੜ ਰਹੇ ਨੇ। ਉਮੀਦ ਹੈ ਕਿ ਸ਼ਾਇਦ ਸਰਕਾਰ ਦੇ ਕੰਨ ਖੁੱਲ ਜਾਣ, ਸ਼ਾਇਦ ਇਹਨਾਂ ਦੀ ਆਵਾਜ਼ ਹੈ ਜਿਹੜੀ ਸਰਕਾਰ ਦੇ ਤੱਕ ਪਹੁੰਚ ਜਾਏ। ਕੱਲ ਦੀ ਵੀਡੀਓ ਸੁਰਿੰਦਰਪਾਲ ਨੇ ਸਾਨੂੰ ਭੇਜੀ ਹੈ, ਸਾਡੇ ਚੈਨਲ ਤੇ ਭੇਜੀ ਹੈ ਕਿ ਕਿਸ ਤਰ੍ਹਾਂ ਬਾਰਿਸ਼ ਦੇ ਵਿੱਚ ਵੀ ਉਹ ਡਟਿਆ ਹੋਇਆ ਟਾਵਰ ਤੇ, ਇੰਨੇ ਫੁੱਟ ਉਚਾਈ ਤੇ ਬੈਠਾ ਹੋਇਆ। ਨਵੇਂ ਤਰ੍ਹਾਂ ਦੀਆਂ ਮੁਸੀਬਤਾਂ ਨੇ ਉਹਦੇ ਸਾਹਮਣੇ। ਫਿਲਹਾਲ ਅਸੀਂ ਵਾਰ-ਵਾਰ ਪਹਿਲਾਂ ਵੀ ਇਹ ਗੱਲ ਕਹਿ ਰਹੇ ਸੀ, ਹੁਣ ਵੀ ਕਾਮਨਾ ਕਰਦੇ ਹਾਂ ਸੁਰਿੰਦਰਪਾਲ ਦੀ ਸਿਹਤਯਾਬੀ ਦੀ, ਕਿ ਸਿਹਤਮੰਦ ਰਵੇ ਸੁਰਿੰਦਰਪਾਲ, ਉਸਦੀ ਸਿਹਤ ਠੀਕ ਰਵੇ, ਕਿਉਂਕਿ ਲੜਨਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਸਾਹਮਣੇ ਹੋਣ ਤਾਂ ਲੜਨਾ ਮਨੁੱਖ ਦੀ ਜ਼ਿੰਮੇਵਾਰੀ ਵੀ ਬਣ ਜਾਂਦਾ ਹੈ, ਪਰ ਆਪਣੇ ਆਪ ਨੂੰ ਠੀਕ ਰੱਖਣਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਸਾਡੇ ਨਾਲ ਸਾਡਾ ਪਰਿਵਾਰ ਵੀ ਜੁੜਿਆ ਹੁੰਦਾ ਹੈ, ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ ਜਿਹੜੇ ਸਾਡੇ ਵੱਲ ਦੇਖ ਰਹੇ ਹੁੰਦੇ ਨੇ, ਉਮੀਦਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਡੇ ਤੋਂ। ਤੇ ਇਸ ਵੇਲੇ ਸੁਰਿੰਦਰਪਾਲ ਜਿਹੜਾ ਟਾਵਰ ਤੇ ਬੈਠਾ ਹੋਇਆ ਹੈ, ਇੱਕ ਉਮੀਦ ਹੈ ਕਿ ਸ਼ਾਇਦ ਜਿਹੜੀ ਕੱਲ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਕੋਈ ਸੁਨੇਹਾ ਇਸ ਤਰ੍ਹਾਂ ਦਾ ਮਿਲੇ, ਕੋਈ ਇਸ ਤਰ੍ਹਾਂ ਦੀ ਚੰਗੀ ਖਬਰ ਆਵੇ ਸੁਰਿੰਦਰਪਾਲ ਦੇ ਲਈ ਤੇ ਉਸ ਵਰਗੇ ਕਿੰਨੇ ਹੀ ਅਧਿਆਪਕਾਂ ਦੇ ਲਈ ਕੋਈ
ਚੰਗੀ ਖਬਰ ਆਵੇ ਸਰਕਾਰ ਦੇ ਵੱਲੋਂ, ਕਿਉਂਕਿ ਸਰਕਾਰ ਦੇ ਹੱਥ ਵਿੱਚ ਬਹੁਤ ਕੁਝ ਹੈ। ਜੇ ਸਰਕਾਰ ਚਾਹੇ ਤਾਂ ਚੰਗੀ ਤਰ੍ਹਾਂ ਬੈਠ ਕੇ ਟੇਬਲ ਟਾਕ ਹੋ ਸਕਦੀ ਹੈ, ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਪਰ ਵੱਡਾ ਸਵਾਲ ਵੀ ਹੈ ਕਿ ਅਜੇ ਤੱਕ ਹੱਲ ਕਿਉਂ ਨਹੀਂ ਕੱਢਿਆ ਗਿਆ। ਇਹੋ ਜਿਹਾ ਕੀ ਮੰਗ ਲਿਆ ਸੁਰਿੰਦਰਪਾਲ ਨੇ ਜਾਂ ਉਸ ਵਰਗੇ ਅਧਿਆਪਕਾਂ ਨੇ? ਸਿਰਫ ਆਪਣਾ ਹੱਕ ਮੰਗਿਆ, ਰੁਜ਼ਗਾਰ ਦਾ ਹੱਕ ਮੰਗਿਆ। ਜਦੋਂ ਨੌਜਵਾਨਾਂ ਤੇ ਇਹ ਗੱਲ ਕਹੀ ਜਾਂਦੀ ਹੈ, ਇਲਜ਼ਾਮ ਲਗਾਇਆ ਜਾਂਦਾ ਹੈ ਕਿ ਗਲਤ ਰਾਹ ਤੇ ਜਾਂਦੇ ਨੇ, ਵਿਹਲੇ ਰਹਿੰਦੇ ਨੇ, ਵਿਹਲਾਪਨ ਹੈ ਜਿਹੜਾ ਉਹਨਾਂ ਨੂੰ ਗਲਤ ਰਾਹਾਂ ਵੱਲ ਤੋਰਦਾ ਹੈ, ਨਸ਼ਿਆਂ ਵੱਲ ਤੋਰਦਾ ਹੈ, ਗੁੰਡਾਗਰਦੀ ਵੱਲ ਤੋਰਦਾ ਹੈ। ਤੇ ਜਦੋਂ ਨਹੀਂ ਜਾਣਾ ਚਾਹੁੰਦੇ ਇਹਨਾਂ ਰਾਹਾਂ ਵੱਲ, ਰੁਜ਼ਗਾਰ ਮੰਗਦੇ ਨੇ, ਤਾਂ ਉਸ ਵੇਲੇ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ? ਤੇ ਇਹ ਪ੍ਰਬੰਧ ਕਰਨਾ ਕਿਹਨੇ ਹੈ? ਜਿਹੜੀਆਂ ਸਰਕਾਰਾਂ ਅਸੀਂ ਚੁਣੀਆਂ ਨੇ, ਉਹ ਕਿਸ ਲਈ ਚੁਣੀਆਂ ਨੇ? ਅਸੀਂ ਇਸ ਲਈ ਨਹੀਂ ਚਾਹੁੰਦੇ, ਲੋਕ ਇਸ ਲਈ ਸਰਕਾਰਾਂ ਨਹੀਂ ਚਾਹੁੰਦੇ ਕਿ ਕੱਲ ਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਉਹਨਾਂ ਦਾ ਭਾਗ ਬਣ ਜੇ, ਇਸ ਤਰ੍ਹਾਂ ਟਾਵਰਾਂ ਤੇ ਚੜ੍ਹ ਕੇ, ਸੜਕਾਂ ਤੇ ਰੋਲ ਕੇ ਡੰਡੇ ਖਾਣੇ ਪੈਣ ਪੁਲਿਸ ਦੇ। ਸਰਕਾਰਾਂ ਇਸ ਲਈ ਚੁਣੀਆਂ ਜਾਂਦੀਆਂ ਨੇ ਕਿ ਸਾਡੇ ਮਸਲੇ ਆ ਜਿਹੜੇ ਉਭਾਰੇ ਜਾਣ, ਸਾਡੇ ਮਸਲਿਆਂ ਦੇ ਹੱਲ ਕੱਢੇ ਜਾਣ। ਪਰ ਕੈਪਟਨ ਸਰਕਾਰ ਨੂੰ ਇਹ ਸੁਰਿੰਦਰਪਾਲ ਦੀ ਹੂਕ ਸੁਣਾਈ ਨਹੀਂ ਦੇ ਰਹੀ, ਇਹ ਤਰਾਸਦੀ ਹੈ। ਫਿਲਹਾਲ ਸੁਰਿੰਦਰਪਾਲ 115 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਟਾਵਰ ਤੇ ਬੈਠਾ ਹੋਇਆ ਹੈ। ਇੱਕ ਵਾਰ ਫੇਰ ਤੋਂ ਦੇਖੋ ਇਹ ਵੀਡੀਓ।